ਰਸਨਾ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ ਔਰ ਕਿਧਰੇ ਮਨ ਜ਼ਰਾ ਨੇੜੇ ਆ ਗਿਆ। ਜਿਵੇਂ ਕੋਈ ਬੜੀ ਦੂਰ ਤੋਂ ਕੋਈ ਬੋਲਦਾ ਪਿਆ ਤੇ ਕਿਸੇ ਨੇ ਦੂਰ ਤੋਂ ਕੁਝ ਮਿੱਠੀ ਜਿਹੀ ਆਵਾਜ਼ ਹਲਕੀ ਜਿਹਾ ਸੁਰ ਦੇ 'ਚ ਸੁਣੀ ਹੋਵੇ। ਜਦ ਕਦੀ ਅਸੀਂ ਕਹਿੰਦੇ ਆ ਨਾ ਅੱਜ ਤੇ ਪਾਠ ਦਾ ਬੜਾ ਆਨੰਦ ਆ ਗਿਆ, ਅੱਜ ਨਹੀਂ ਆਇਆ। ਇਸ ਤਰ੍ਹਾਂ ਲੋਕੀ ਕਹਿੰਦੇ ਨੇ ਵੀ ਕੱਲ ਮਨ ਜੁੜ ਗਿਆ ਸੀ, ਅੱਜ ਨਹੀਂ, ਮਨ ਨਹੀਂ ਜੁੜਿਆ ਸੀ। ਅਗਰ ਜੁੜ ਜਾਏ ਤਾਂ ਕਦੀ ਟੁੱਟੇਗਾ ਨਹੀਂ। ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਏ ਮਨ ਜ਼ਰਾ ਨੇੜੇ ਚਲਾ ਗਿਆ ਸੀ। ਜਿਵੇਂ ਕਿਸੇ ਖਿੜੇ ਹੋਏ ਫੁੱਲਾਂ ਦੇ, ਖਾਸ ਕਰਕੇ ਜੋ ਸੁਗੰਧਤ ਹੋਣ, ਨੇੜੇ ਵੀ ਚਲੇ ਜਾਈਏ, ਭਾਵੇਂ ਚਾਰੋਂ ਪਾਸੇ ਫਸੀਲ ਹੋਵੇ, ਦੀਵਾਰ ਹੋਵੇ, ਤਾਂ ਵੀ ਉਸ ਬਗੀਚੇ ਦੀ ਕੁਝ ਮਹਿਕ, ਕੁਝ ਹੁਮਕ ਆ ਹੀ ਜਾਂਦੀ ਹੈ, ਆ ਹੀ ਜਾਂਦੀ ਹੈ। ਮਨ ਸ਼ਬਦ ਨਾਲ ਤੇ ਜੁੜਿਆ ਤੇ ਨਹੀਂ, ਥੋੜਾ ਨੇੜੇ ਚਲਾ ਗਿਆ ਤਾਂ ਥੋੜਾ ਜਿਹਾ ਰਸ ਬਣ ਜਾਂਦਾ ਹੈ। ਜ਼ਬਾਨ ਵਾਹਿਗੁਰੂ ਵਾਹਿਗੁਰੂ ਉਚਾਰਨ ਕਰ ਰਹੀ ਹੈ। ਅਗਰ ਮਨ ਜ਼ਰਾ ਨੇੜੇ ਆਇਆ ਤੇ ਨੇੜੇ ਆਉਣ ਤੋਂ ਮੁਰਾਦ ਹੋਵੇਗੀ ਸ਼ਬਦ ਇੱਥੇ ਮਦਮਾ ਤੱਕ ਪਹੁੰਚ ਗਿਆ, ਵਾਪਸ ਧੁਨ ਨੇ ਵਾਪਸ ਜਾਣਾ ਸ਼ੁਰੂ ਕੀਤਾ। ਜੈਸੇ ਮਦਮਾ ਤੱਕ ਪਹੁੰਚੇਗਾ ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆਏਗਾ। ਐਸੇ ਮਨੁੱਖ ਨੂੰ ਕਹਿੰਦੇ ਨੇ ਵਾਹਿਗੁਰੂ ਦੀ ਰਸਨਾ ਤੇ ਵਸ ਗਿਆ। ਪ੍ਰਭ ਜੀ ਵਸੇ ਸਾਧ ਕੀ ਰਸਨਾ। ਜਿਵੇਂ ਭੋਜਨ ਰਸਨਾ ਤੇ ਵਸ ਗਿਆ ਤਾਂ ਸਵਾਦ ਆ ਗਿਆ, ਪਰ ਇਹ ਭੋਜਨ ਅਜੇ ਖੂਨ ਨਹੀਂ ਬਣਿਆ, ਇਹ ਭੋਜਨ ਅਜੇ ਮਾਸ ਨਹੀਂ ਬਣਿਆ, ਇਹ ਭੋਜਨ ਅਜੇ ਚਰਬੀ ਨਹੀਂ ਬਣਿਆ। ਤੁਸੀਂ ਸਾਰੇ ਸਿਆਣੇ ਆ, ਰਸਤੇ ਆ ਗਏ। ਅਜੇ ਵਾਹਿਗੁਰੂ ਜਪ ਸਮਾਧੀ ਨਹੀਂ ਬਣਿਆ, ਬ੍ਰਹਮ ਗਿਆਨ ਨਹੀਂ ਬਣਿਆ, ਅਜੇ ਕਪਾਟ ਨਹੀਂ ਖੁੱਲੇ, ਪਰ ਰਸਤੇ ਬਣ ਗਏ, ਸਵਾਦ ਤੇ ਆ ਗਏ। ਵਾਹਿਗੁਰੂ ਵਾਹਿਗੁਰੂ ਆਖਣ ਦਾ ਸਵਾਦ ਆਉਣ ਲੱਗ ਪਿਆ, ਬਾਣੀ ਜਪਣ ਦਾ ਸਵਾਦ ਆਉਣ ਲੱਗ ਪਿਆ। ਮੈਂ ਕਈ ਦਫਾ ਬਿਆਨ ਕਰ ਚੁੱਕਿਆ, ਬਾਣੀ ਪੜ੍ਹਨੀ ਹੋਰ ਗੱਲ ਹੈ, ਬਾਣੀ ਜਪਣੀ ਹੋਰ ਗੱਲ ਹੈ। ਪੜ੍ਹਨ ਦਾ ਲਾਭ ਹੈ, ਬਾਣੀ ਕੰਠ ਹੋ ਸਕਦੀ ਹੈ, ਬਾਣੀ ਦੇ ਅਰਥ ਬਹੁਤ ਦਾ ਪਤਾ ਚੱਲ ਸਕਦਾ ਹੈ। ਬਾਣੀ ਇਹ ਕਿਹੜੇ ਕਿਹੜੇ ਅੰਗ ਦੇ ਉੱਤੇ, ਕਿਹੜੇ ਪਾਤਸ਼ਾਹ ਦੀ ਹੈ, ਕਿਹੜੇ ਮੱਲੇ ਦੀ ਹੈ, ਇਤਨਾ ਪਤਾ ਚੱਲ ਸਕਦਾ ਹੈ। ਲੇਕਿਨ ਜਪਣ ਨਾਲ ਮਨੁੱਖ ਬਾਣੀ ਦਾ ਰੂਪ ਹੀ ਹੋ ਜਾਂਦਾ ਹੈ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੇ। ਤੋ ਬਾਣੀ ਜਪ ਹੋ ਸਕਦਾ ਹੈ, ਬਾਣੀ ਕੰਠ ਹੋਵੇ, ਮਤਲਬ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ। ਇਸ ਵਾਸਤੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਪਣੀ ਤੇ ਬੜੀ ਔਖੀ ਹੈ, ਪੜ੍ਹਨੀ ਪੜ੍ਹੀ ਜਾ ਸਕਦੀ ਹੈ, ਇਹ ਵੀ ਮੈਰਜ ਕਰੇ। ਇਸ ਵਾਸਤੇ ਸਾਰੇ ਧਰਮਾਂ ਨੇ ਇੱਕ ਅੱਖਰ ਦੇ ਜਾਪ ਦੀ ਮਹਿਮਾ ਦੱਸੀ, ਕਿਉਂਕਿ ਇੱਕ ਅੱਖਰ ਤੇ ਬੰਦਾ ਕੰਠ ਕਰ ਸਕਦਾ ਹੈ। ਇਸਲਾਮ ਦੇ 'ਚ ਹੈ ਅੱਲਾਹੁ, ਸਨਾਤਨ ਮਤ ਦੇ 'ਚ ਰਾਮ ਹੈ, ਓਮ ਹੈ, ਓਮ ਨਮः ਸ਼ਿਵਾय ਹੈ, ਅਨੇਕਾਂ ਸ਼ਬਦ ਨੇ। ਗੁਰੂ ਘਰ ਦੇ 'ਚ ਵਾਹਿਗੁਰੂ ਹੈ, ਵਾਹਿਗੁਰੂ ਵਾਹਿਗੁਰੂ, ਇਹ ਤੇ ਹਰ ਇੱਕ ਨੂੰ ਕੰਠ ਹੋ ਸਕਦਾ ਹੈ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਹੋ ਸਕਦਾ ਹੈ ਅਨਪੜ੍ਹ ਬੰਦਾ ਸੰਸਾਰ ਦੇ 'ਚ ਬਹੁਤੀਆਂ ਸਹੂਲਤਾਂ ਨਾ ਹਾਸਲ ਕਰ ਸਕੇ, ਪਰ ਅਨਪੜ੍ਹ ਮਨੁੱਖ ਨਿਰੰਕਾਰ ਦਾ ਆਨੰਦ ਮਾਣ ਸਕਦਾ ਹੈ, ਕੋਈ ਰੁਕਾਵਟ ਨਹੀਂ। ਕਿਉਂ? ਉਹ ਤੇ ਜਪ ਤੇ ਖੜਾ ਹੈ। ਇਹ ਤੇ ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਬਲਕਿ ਕਈ ਦਫਾ ਸੰਸਾਰ ਦੀ ਪੜ੍ਹਾਈ ਤੇ ਬਾਧਾ ਖੜੀ ਕਰ ਦਿੰਦੀ ਹੈ। ਇਤਨੀ ਸਿਆਣਪ ਔਰ ਇਤਨਾ ਹੰਕਾਰ, ਇਹਦੇ ਲਈ ਜਪਣਾ ਹੀ ਬੜਾ ਔਖਾ ਹੈ। ਜਦ ਕਦੀ ਇਸ ਤਰ੍ਹਾਂ ਦੀ ਗੱਲ ਚੱਲੇ, ਦਿੱਲੀ ਦਾ ਇੱਕ ਸੱਜਣ ਬੜਾ ਪੜ੍ਹਾ ਲਿਖਾ ਸਿਆਣਾ ਮੈਨੂੰ ਚੇਤੇ ਆ ਜਾਂਦਾ ਹੈ। ਮੈਨੂੰ ਕਹਿੰਦਾ ਹੈ, ਮਸਕੀਨ ਜੀ ਗੁਰਬਾਣੀ 'ਚ ਬੜੀ ਰੈਪੀਟੇਸ਼ਨ ਹੈ, ਇੱਕ ਸ਼ਬਦ ਜਿਹੜੀ ਗੱਲ ਆਖੀ ਗਈ ਹੈ ਦੂਜੀ 'ਚ ਵੀ ਹੈ, ਤੀਜੀ 'ਚ ਵੀ ਹੈ, ਚੌਥੀ 'ਚ ਵੀ ਹੈ। ਫਿਰ ਮੈਨੂੰ ਕਹਿਣ ਲੱਗਾ, ਗਿਆਨੀ ਜੀ ਮੈਂ ਹਿੰਮਤ ਕਰਕੇ ਕਹਿ ਰਿਹਾ, ਤੁਹਾਡੀ ਕਥਾ 'ਚ ਵੀ ਰੈਪੀਟੇਸ਼ਨ ਹੈ, ਪੁਨਰੁਕਤੀ ਹੈ। ਤੇ ਮੈਨੂੰ ਕਹਿਣ ਲੱਗੇ, ਤੁਹਾਡਾ ਹਿਰਦਾ ਕਵੀ ਹੈ, ਰੈਪੀਟੇਸ਼ਨ ਨੂੰ ਦੋਸ਼ ਮੰਨਦੇ ਨੇ, ਪੁਨਰੁਕਤੀ ਨੂੰ ਦੋਸ਼ ਮੰਨਦੇ ਨੇ। ਮੈਂ ਕਿਹਾ ਮੰਨਦੇ ਹੋਣਗੇ ਦੋਸ਼,
धर्म दे च दोष नहीं है। आखिरी दम तक वाहिगुरु वाहिगुरु रिपीट करना है, बार बार हर के गुण गाओ। मैं कहा देखो सारा संसार ते जिंदगी रेपीटेशन ते खड़ी है। कहने लगे ये किस तरह? मैं कहा देखो एकदम बाहर आया थोड़ा, फिर हुण अगे अंदर लै गए, हुण बाहर ना कढ़ना, ये तो रिपीट हो जाएगा, ये तो पुनरुक्त हो जाएगा। जिंदगी की पुनरुक्ति ते खड़ी है, रेपीटेशन ते खड़ी है। बार बार पानी पीण दी तैनूं कोई इतराज नहीं, बार बार रोटी खाण दी तैनूं कोई इतराज नहीं, घर दे जिहड़ियां गल्लां करदा वो भी बार बार ही करदा, रोज़ करदा, ਉਹਦੇ च भी तैनूं कोई इतराज नहीं। बार बार सिर्फ वाहिगुरू वाहिगुरू आखना ही तैनूं इतराज है। बार बार हर के गुण गाओ, बार बार सिर्फ जपजी साहब दा जप करना ही तैनूं इतराज है। बार बार सिर्फ आसा दीवार सुनन ही तैनूं इतराज है। अजे तेरे मन दे धर्म दी भजन दी प्यास नहीं पैदा हुई, अगर तन दे भोजन दी भुख ना पैदा होवे तो आयुर्वेद आचार्य कहते तन दे कोई नुक्स है या इनू बुखार चढ़िया होगा। हुण 104 डिग्री का बुखार चढ़िया होवे ते 36 प्रकार का भोजन परोस के अके रखिए, आखिए बड़ी मेहनत नाल बनाया, छक ले, भावें कितनी मेहनत नाल बनाया होवे, भावें कितना स्वादी होवे, कहंदा मैनू भुख नहीं, फिर भी उसनू प्रेरिए नहीं। जिंदा रहन वास्ते शरीर की ताकत वास्ते खाना ही पेगा तैनूं। वो खांदा है, कहंदा स्वाद ही नहीं आता। पता है आयुर्वेद ऐसा कहंदे, मैनूं साइंस का तो पता नहीं की कहंदी है, जबान सारी स्वाद नहीं माणदी, थोड़े जिहे तंतु ने जो रस माणदे ने। बुखार की हालत दे वो तंतु कमजोर हो जाते हैं, सुन्न हो जाते हैं, रस नहीं आता जबान नूं, स्वाद नहीं आता। ते बुखार चढ़ाया मनुख कहंदा है स्वाद नहीं आता, मैनूं भोजन चंगा नहीं लगता। वाहिगुरू वाहिगुरू आखना जिन्हों चंगा ना लगे, समझ लेना इन्हें इहदे मन नूं विकारां दा बड़ा जबरदस्त बुखार चढ़े है, रोगी है। जिन्हां नूं भोजन की भुख ना लगती होवे ते स्वाद ना आउंदा होवे, ऐसे तन दे रोगियां की तादाद बहुत थोड़ी है, बहुत थोड़ी है, बहुत थोड़ी है। पर जिन्हां नूं वाहिगुरू आखण दा रस नहीं आउंदा, ऐसे मानसिक रोगियां नाल सारा संसार भरिया पिया। जो जो दिसे सो सो रोगी, रोग रहत मेरा सतगुरु जोगी। जिहड़ा आखे मैं नहीं खांदा, मैनूं भुख नहीं, मैनूं स्वाद नहीं, बुखार चढ़िया है, रोगी है। जिहड़ा आखे मैं नहीं जपदा, की जपना, एवें रेपीटेशन है, समझ लेना जे भुख नहीं पैदा हुई, साचे नाम की लागे भूख, ये मन रोगी है, भयंकर रोगी है। लमकामा ना जबान उच्चारण करे वाहिगुरू वाहिगुरू, मन जरा नेड़े आ गया तो शब्द मदमा कंठ तक पहुंच गया, ऐसे मनुख नूं रस आण लग पेगा। कई दफा इस तरह का रस जिंदगी के आखिरी दिन चाहता है, जिंदगी तो सारी लंघ गई आती है, अजे यात्रा बहुत बाकी आती है, शरीर उसका जाता रहता है, उपकरण जो यंत्र सी वो नहीं रहा। कईयां दे जरा होर अगे पसंती, अगर धुन पसंती तक चली गई है, वाहिगुरू धुन पसंती बन गई है, हृदय तक पहुंच गई है, ऐसा मनुख अनाहद नाद सुनता है। और मैं अर्ज करा, कुछ उंगलियां ते गिने जाण वाले मनुख देखे ने मैं जो अनाहद नाद नूं सुनते ने। अनाहद कहंदे ने जो परमात्मा दा शब्द है, परमात्मा दी आवाज़। आहत जो चोट तो पैदा होंदी है, टकराव तो जिहड़ा शब्द पैदा होवे उहनूं कहंदे आहत। आहत कहंदे फलाणे ने मैनूं बड़ी आहत पहुंचाई है। आहत दा मतलब चोट, जो चोट तो शब्द पैदा होंदा है। पत्थर नाल पत्थर टकरावे, लोहे नाल लोहा, सोने नाल सोना, पित्तल नाल पित्तल, या पानी पत्थरां नाल टकरावे, पवन दरख्तां नाल टकरावे, ये जो आवाज़ पैदा होंदी है इनू आहत शब्द कहंदे ने, जो साडे कंन सुणदे ने। एक शब्द ब्रह्मंड दे च व्यापक है, घट घट वाजे नाल सारियां दे घट च भी वज रहा। क्यों? सारा संसार आया शब्द तो है, और संसार दे चो शब्द मौजूद है। जैसे शरीर आया है माँ बाप तो
तो शरीर दे च मां बाप दी अंश मौजूद है। सारे दा सारा ब्रह्मंड आया शब्द तो, शब्द ब्रह्मंड दे च मौजूद है। सुनाई क्यों नहीं देंदा? मन चुप करे तो सुनाई देगा। जप करन वाले नूं सुनाई दे जांदा। कदों? जद जप वाहिगुरू दी धुन हिरदे तक पहुंचे, पसंती बने, ऐसा मनुख अनाहद नाद सुनदा है। और मैं इस तरह के पुरुष देखे ने, भावें उंगलियां ते गिने जाण वाले, जो अनाहद नाद सुनते हैं। इस तरह के बथेरे देखे ने जिन्हां नूं वाहिगुरू आखण दा रस आण लग पैंदा। ये तकरीबन हर शहर दे होंदे ने, पर अनाहद नाद सुनदे होवन ये हर शहर दे च नहीं होंदे। रसना ते वस गया प्रभ जी बसे साध की रसना। एक होर भी खेड इत्थे, जिहदी रसना ते वस गया, स्वाद आण लग पिया, इहदी रसना सुते सिद्ध कदी कोई बचन कह देगी हो जाता है। इहनूं कहंदे ने इहदे कोल वाक सत्य है। क्यों सत्य है? शब्द रसना ते वसे है, प्रभु रसना ते वसे। इहनूं कहंदे ने इहदे कोल वाक सत्य है, इहदे कोल शब्द सिद्धि है। ये जो बोलदा है हो जाता है। इस वास्ते पुरानियां टकसालां दे च और सियाणे लोग उन्हां लोकां नूं समझांदे सन जिन्हां नूं रस आण लगदा सी, कदी किसे नूं कबोल ना बोल देना, ढंग नाल बोलना, सावधान नाल बोलना। क्यों? जबान सत्य आ गई है, रसना च बरकत आ गई है। रस आ रहा है, इसे चीज शरीर का अंत हो गया है। ये रस समाप्त नहीं होएगा, अगले जन्म इसका पीछा करेगा। अनाहद नाद सुनदा पिया, पर अजे ब्रह्म ज्ञान की शिखरता नूं नहीं छोया, अजे पूर्ण प्रकाश नहीं प्रगट होया, तो शरीर का अंत हो गया। जैसे मनुख जिस हालत दे सौंदा है, जिस घर दे सौंदा है, सवेरे उठिया उतों जिस हालत दे मौत आउंदी है, अगला जन्म उसे तो चलता है। कीता होया जप, कीती हुई साधना व्यर्थ नहीं जाती। सार कितावली दे दो छंद मैं थोड़े सामने रखा ताकि गल थोड़ी जी पुष्टि हो जाए। जद जबान जपना शुरू कर दिए, धर्म का बूटा उदों ही मन दे च लगता है, उस तो पहले नहीं लगता। भावें सारी जिंदगी गुरुद्वारे आंदा रहा होवे ते सेवा करता रहा होवे ते दान पुण्य करता रहा होवे, जैसे जपना शुरू करता है समझ लो इसने बूटा ला देता है। उपजे धर्म वाक सत कर अत। वो जो सच परमात्मा है, ओदा बोल ओदा वाक जद जपना आरंभ हो जाता है, समझ लो धर्म का बूटा लग गया, पैदा हो गया। उपजे धर्म वाक सत कर अत, दया दान कर धर्म वधे नित। धर्म का बूटा वधदा है दया करके, परोपकार करके, दानी बिरतियां करके, इस नाल वधदा है। स्थित धर्म खेमा खे संगा। धर्म का बूटा बड़ा कोमल है, तरह तरह दियां वासना दियां हवावां इसनूं किते तोड़ के ना रख देना। तो खिमा दी थंबीरे नाल वेख के अणडिठ करना, किसी ने वधीकी भी की है नज़रअंदाज करना, इनू कहते क्षमा कर देना। तप ना खिमा समान, क्षमा कर देना इस तो वड्डा कोई तप नहीं है। कीती ते उसने वधीकी है, माफ कर देता है। कीता ते उसने अनर्थ है, नज़रअंदाज कीता है। ये परमात्मा का सुभाव है। दोखन देखत हैं पर देत ना हारे। देखदा है साडे गुनाहां नूं, पर अपनी रहमत के दरवाजे बंद नहीं करता। फिर सिर्फ इतना ही नहीं, जेह प्रसाद तेरे अनक छिद्र ढाके। पता नहीं कितने साडे गुनाहां नूं ढक के रखदा है। मन का गलत सोचना पाप है। दूजे नूं कख नहीं पता चलता, कुछ भी नहीं। असीं दूजे बारे बुरा सोचते पे, कोल बैठा है, उनको कुछ भी नहीं पता। ऐसा प्रभु ने पर्दा पाया है साडे पापां ते, बेशुमार अपराधां ते भी। जह प्रसाद तेरे अनक छिद्र ढाके। जिहदी किरपा दा सदका पता नहीं तेरे कितने औगण ढके पैन, किसी नूं कुछ नहीं पता, कोई नहीं जानता। ये उहदी रहमत है, ये उहदी बख्शिश है।
प्रभु चाहता है संसार के संबंध बने रहन। जे पिता नूं पता चल जाए पुत्र सारा दिन की सोचता रहता है, तो पुत्र नूं भी पता चल जाए मन पिता के मन दे किहड़े विचार चलते पे ने, यह संबंध ही नहीं रहेगा। बाकियां दी ते गल छड्डो, गुस्ताखी माफ। जे प्रसाद तेरे अनक छिद्र ढाके, सारियां ते पर्दा पा देंदे प्रभु। दोखन देखत हैं पर देत ना हारे, उपजे धर्म वाक सतकर अत, दया दान कर धर्म वधे नित। स्थित धर्म खिमा के संगा, धर्म टिकिया रहिंदा है क्षमा दे आसरे ते। छोटी छोटी गल ते मनुख बदले की भावना नाल भर जांदे ने। क्षमा एक बहुत वड्डा गुण है। स्थित धर्म खिमा के संगा, धर्म क्रोध कर होत विभंगा। छिन मातर क्रोध करदियां ਉਹ धर्म का बूटा जिहड़ा उगिया सी, थोड़ा वधिया सी, सड़ के राख हो जाता है। एक दिन का कीता होया परबल क्रोध पता नहीं कितने दिनों का जप खत्म करके रख देता है। गणदेंदियां 6 माह, तोड़ेंदियां 1 गिनो। 6 महीने साधना की सी, किधरे माड़ी जिहां गल बनी, एक दिन दे टुट के रह गई एक छिन दे। गंढेंदियां 6 माह, तोड़ेंदियां 1 गिनो। जगत दे कुछ बनांदियां समा लगता है, मिटांदियां समा नहीं लगता। एक मनुख जवान होया है, कम से कम 18-19-20 साल ते लगे ने, पर जहर दे के मारन लगे इसनों 20 साल लगणगे, गोली नाल इहनूं मारन लगे 20 साल लगणगे। ओ नहीं, तुड़ेंदियां 1 खिनो। एक दरख्त किधरे 5-4 सालां दे आसमान नूं छूण लगा है, इनू कट्टण लग्या 5-4 साल लगणगे। 1 मिनट दे कल खड़े सन 8-10 दरख्त, मैं खड़े होकर देखता रहा, 5 मिनटां जी सारे ढा के परे कर देते। तुणेंदियां 1 खिनो। क्या 1 खिन दे इतना वड्डा दरख्त बने? टुटेगा 1 खिन दे। क्या 1 खिन दे ये मनुख जवान होया है? नहीं, 1 दिन दे मारिया जा सकता है, खत्म किया जा सकता है। 6 महीने लग गए, जप किधरे रस बने, स्वाद आन लगा। तुड़ेंदियां 1 खिनो। धर्म क्रोध कर होत विभंगा। छिन मातर परबल क्रोध की कीता है, बूटा सड़ के सुहा हो गया। जिस अवस्था दे भाव रस आ रहा है तो शरीर की मौत हो गई, या अनाहद नाद सुनता पिया, शरीर ने साथ नहीं दिता, शरीर जांदा रहा। ऐसे मनुख का कीता किताया व्यर्थ नहीं जाएगा, अगले जन्म विच नाल चलेगा। उस पुण्य प्रताप का सदका फिर सार कितावली का करता कहता है शुभ कुल जन्म। इसका जन्म बहुत किसी अच्छी कुल दे होगा। शुभ कुल जन्म स्वरूप तन, तन करके बड़ा खूबसूरत होगा, यदा तन प्रभावित करेगा। शुभ कुल जन्म स्वरूप तन, भूप भोग आपत। बहुत वड्डी भूमि जमीनों जायदाद का मालिक होगा, धनवान होगा, और करीबन करीबन संसारियां विपतावां तो बचिया होगा। पंडित देही अरोग पुन, धर्म जान फल सत। विद्वान होगा, बड़ा तीक्ष्ण बुद्धि होगी। कहते ने झूले दे च पिंगूड़े च बच्चे की होंद का पता चल जाता है। ये तीक्ष्ण बुद्धि का सियाणे मनुख अंदाजा ला लेंदे। पंडित देही अरोगपन, ता जिंदगी की देही दे कोई भयंकर रोग नहीं होगा, असाध रोग नहीं होगा। पंडित देही अरोगपुन, धर्म जान फल सत। पूर्वले कीते हुए धर्म का यह फल है। दानंग परा पुरबेण भुजनते महीपते। एक मनुख ने पत्नी कितनी गालना गालीए, कितनी गालना घल के साजो समान ते कारोबार दी तरक्की हासिल की है, पर एक मनुख का जन्म ही हो गया किसी राजे के घर, किसी अरबापति के घर। वो तो जन्म तो अरबापति, उन्हें कख भी नहीं किया, पर पिछली साधना नाल चलती। दानंग परा पूर्वेण, गुरु अर्जन देव जी महाराज। दानंग परा पूर्वेण भुजनते महीपते। खैर
शुभ कुल जन्म स्वरूप तन भूप भोग आपत पंडित देही अरोग पुन धर्म जान फल सत। ਕੀਤਾ ਹੋਇਆ ਜਪ ਹਿਰਦੇ ਤੱਕ ਪਹੁੰਚ ਗਿਆ। ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ। ਅਨਾਹਦ ਨਾਦ ਪ੍ਰਮਾਤਮਾ ਦੀ ਆਵਾਜ਼ ਹੈ। ਜਿਹਨੂੰ ਸਿਰਫ ਰਾਸਾਂ ਦਾ ਸੀ, ਉਸ ਨਾਲ ਇਹ ਬਹੁਤ ਅੱਗੇ ਚਲਾ ਗਿਆ। ਬਿਸਮਾਤ ਦੇ 'ਚ ਜੀਵੇਗਾ, ਬੜੇ ਰਹਿਸ ਦੇ ਜੀਵੇਗਾ। ਇਹਦੀ ਜ਼ਿੰਦਗੀਆਂ 'ਚ ਬੜੀਆਂ ਗੁੰਡੀਆਂ ਖੁੱਲ੍ਹ ਜਾਣਗੀਆਂ। ਇਹਨੂੰ ਬੜੀਆਂ ਬਾਰੀਕੀਆਂ ਦਾ ਪਤਾ ਹੋਵੇਗਾ। ਬਦਕਿਸਮਤੀ ਇਹ ਧਰਮ ਦੀਆਂ ਇਹਨਾਂ ਬਾਰੀਕੀਆਂ ਨੂੰ ਅਨੁਭਵ ਤੇ ਕੀਤਾ ਜਾ ਸਕਦਾ ਹੈ, ਸਮਝਿਆ ਜਾ ਸਕਦਾ ਹੈ, ਪਰ ਗੁਰਬਾਣੀ ਕਹਿੰਦੀ ਹੈ ਸਮਝਾਇਆ ਨਹੀਂ ਜਾ ਸਕਦਾ। ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸਨ ਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਾਰੇ। ਗੂੰਗੇ ਨੂੰ ਰਸ ਤੇ ਆਇਆ, ਹੁਣ ਕੀ ਬਿਆਨ ਕਰੇ। ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਕਰ ਸਕਦਾ। ਇਹ ਮਹਾਰਸ ਅਨਾਹਦ, ਇਹ ਉਹ ਅਭਿਆਸੀ ਬਿਆਨ ਨਹੀਂ ਕਰ ਸਕਦਾ। ਇੱਕ ਜਗ੍ਹਾ ਨਹੀਂ, ਕਈ ਜਗ੍ਹਾ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ। ਇਹਨੂੰ ਮਿਰਜ਼ਾ ਗਾਲਿਬ ਆਪਣੇ ਆਲਮਾਨਾ ਢੰਗ ਨਾਲ ਬਿਆਨ ਕਰਦਾ ਹੈ। कहता है मोहब्बत के लिए कुछ खास दिल मखसूस होते हैं। मोहब्बत के लिए कुछ खास दिल मखसूस होते हैं। ये वो नगमा है जो हर साज पे गाया नहीं जाता। ये गीत हर वाजे ते नहीं गाया जा सकता। इस रब्बी गीत नूं हर शरीर हर जबान नहीं गा सकती। कोई चाहिए ने पूर्वले संस्कार, कुछ मेहनत चाहिए, कुछ घालना चाहिए, मैं नहीं, कोई यतन चाहिए ने, कुछ डूंगाइयां गहराइयां चाहिए ने। मोहब्बत के लिए कुछ खास दिल मखसूस होते हैं। ये वो नगमा है जो हर साज पे गाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता। कहता गल मैं समझ ली, हूँ मैं की समझावा, किस तरह समझावा, आखर ही कोई नहीं। कहो कबीर गूंगे गुड़ खाया पूछे तो क्या कहिए। कहो नानक सन तन रस आई गए ज्यों चाख गूंगा मुस्कारे। तिसकी सोए सुनी मन हरिया। ओ आवाज ओ अनाहद नाद और ਉਹਦੇ ਚ ਪ੍ਰਭੂ ਦੀ ਸ਼ੋਭਾ ਮਹਿਮਾ ਸੁਣ ਕੇ ਅਭਿਆਸੀ ਆਨੰਦਿਤ ਹੋ ਜਾਂਦਾ ਹੈ, हैरानकुन हो जाता है, रहस्यमयी हालत हो जाता है। अगर जप जारी है तो धुन पहुंच जाए किथे, धुनी तक बैखरी परा बन जाए। तो चूंकि समा हो गया, मैं छेती छेती बयान करा। गंढ हमेशा ਲਈ खुल जाती है, नाभि हमेशा ਲਈ खुल जाती है। पवन की चोट नाल नाभि खुली सी ਤੇ ਧੁਨ ਉੱਠੀ ਸੀ। ਹੁਣ ਧੁਨ ਦੀ ਚੋਟ ਨਾਲ ਨਾਭੀ ਖੁੱਲੀ ਹੈ, ਬੈਖਰੀ ਪਰਾ ਬਣੀ ਹੈ, ਗੰਗਾ ਗੰਗੋਤਰੀ ਚ ਪਹੁੰਚ ਗਈ ਹੈ। ਧੁਨ ਜਿੱਥੋਂ ਨਿਕਲੀ ਸੀ ਵਾਪਸ ਉੱਥੇ ਹੀ ਪਹੁੰਚ ਗਈ ਹੈ। ਉਲਟੀ ਗੰਗਾ ਜਮਨ ਮਿਲਾਉ। ਇਹ ਨਾਭੀ ਦੋ ਹਾਲਤਾਂ ਦੇ ਵਿੱਚ ਪੂਰੀ ਖੁੱਲਦੀ ਹੈ ਹਮੇਸ਼ਾ ਲਈ। ਇੱਕ ਤੇ ਜਦ ਆਖਰੀ ਪ੍ਰਾਣ ਇਹਦੇ ਚੋਂ ਨਿਕਲਦਾ ਹੈ, ਮਰਨ ਲੱਗਿਆ। ਆਖਰੀ ਪ੍ਰਾਣ ਆਯੁਰਵੇਦ ਆਚਾਰੀਆ, ਮੈਂ ਫਿਰ ਅਰਜ਼ ਕਰਾਂ ਅਜੋਕੀ ਸਾਇੰਸ ਦਾ ਮੈਨੂੰ ਨਹੀਂ ਪਤਾ ਕੀ ਕਹਿੰਦੇ ਨੇ, ਮੈਡੀਕਲ ਸਾਇੰਸ ਕੀ ਕਹਿੰਦੀ ਹੈ। ਆਯੁਰਵੇਦ ਆਚਾਰੀਆ ਕਹਿੰਦੇ ਨੇ ਪ੍ਰਾਣ ਹੱਥਾਂ ਚੋਂ ਚਲੇ ਗਏ, ਹੱਥ ਸੁੰਨ ਹੋ ਗਏ, ਜ਼ਬਾਨ ਚੋਂ ਚਲੇ ਗਏ, ਜ਼ਬਾਨ ਸੁੰਨ ਹੋ ਗਈ, ਅੱਖਾਂ ਚੋਂ ਚਲੀ ਗਈ, ਅੱਖਾਂ ਦੇਖਣੋਂ ਰਹਿ ਗਈਆਂ, ਮਨੁੱਖ ਜ਼ਿੰਦਾ ਹੈ। ਪੈਰਾਂ ਚੋਂ ਚਲੇ ਗਏ ਪ੍ਰਾਣ, ਪੈਰ ਸੁੰਨ ਹੋ ਗਏ, ਮਨੁੱਖ ਜ਼ਿੰਦਾ ਹੈ। ਆਖਰੀ ਪ੍ਰਾਣ ਨਾਭੀ ਦੇ ਚੋਂ ਆਉਂਦਾ ਹੈ। ਜੈਸੇ ਆਖਰੀ ਪ੍ਰਾਣ ਨਾਭੀ ਦੇ ਚੋਂ ਰੁਖਸਤ ਆਉਂਦਾ ਹੈ ਤਾਂ ਸਰੀਰ ਦੀ ਜਿਹੜੀ ਹਾਲਤ ਬਣਦੀ ਹੈ ਉਹ ਇਹ ਬਣਦੀ ਹੈ, ਹੱਥ ਮਰੋੜੇ ਤਨ ਕਪੇ ਸਿਆਊ ਹੋਆ ਸੇ। ਤਨ ਤੇ ਕੰਬਣੀ ਛਿੜ ਜਾਂਦੀ ਹੈ, ਦੰਦੀਆਂ ਵੱਜਦੀਆਂ ਨੇ, ਮੁੱਠੀਆਂ ਇੰਜ ਬੰਦ ਆਉਂਦੀਆਂ। ਤਾਂ ਸਿਆਣਾ ਮਨੁੱਖ ਕਹਿੰਦਾ ਗੰਢ ਖੁੱਲ ਗਈ, ਨਾਭੀ ਖੁੱਲ ਗਈ। ਆਜ ਕਾਲ ਖੁੱਲੇ ਤੇਰੀ ਗਾਂਠੜੀ।
ਇਹਦੇ ਨਾਲ ਸਰੀਰ ਦੀ ਮੌਤ ਹੋ ਜਾਂਦੀ ਹੈ, ਸਰੀਰ ਖਤਮ ਹੋ ਜਾਂਦਾ ਹੈ। ਸ਼ਬਦ ਦੀ ਚੋਟ ਨਾਲ ਜਦ ਇਹ ਗੰਢ ਖੁੱਲਦੀ ਹੈ, ਨਾਭੀ ਖੁੱਲਦੀ ਹੈ, ਤਨ ਜ਼ਿੰਦਾ ਰਹਿੰਦਾ ਹੈ, ਮਨ ਦੀ ਮੌਤ ਹੋ ਜਾਂਦੀ ਹੈ। ਮਨ ਦੀ ਮੌਤ ਇਸ ਤਰ੍ਹਾਂ ਹੋ ਜਾਂਦੀ ਹੈ ਜਿਵੇਂ ਬੂੰਦ ਮਰ ਗਈ ਹੈ। ਕਿਵੇਂ ਮਰ ਗਈ ਹੈ? ਸਾਗਰ ਦੇ ਚ ਲੀਨ ਹੋ ਗਈ। ਹੁਣ ਬੂੰਦ ਨਹੀਂ ਹੈ, ਖਤਮ ਹੋ ਗਈ। ਬੂੰਦ ਸਾਗਰ ਹੋ ਗਈ ਹੈ। ਬੂੰਦ ਦੀ ਹੁਣ ਆਪਣੀ ਕੋਈ ਹੋਂਦ ਨਹੀਂ ਰਹੀ। ਨਦੀ ਦੀ ਆਪਣੀ ਹੋਂਦ ਹੈ। ਗੰਗਾ ਹੈ, ਜਮਨਾ ਹੈ, ਨਰਮਦਾ ਹੈ, ਗੋਦਾਵਰੀ ਹੈ, ਇਹ ਸਤਲੁਜ ਹੈ, ਬਿਆਸ ਹੈ, ਜੇਹਲਮ ਹੈ, ਦਜਲਾ ਫਰਾਤ ਹੈ ਇਰਾਕ ਦਾ, ਨੀਲ ਨਦੀ ਹੈ ਮਿਸਰ ਦੀ, ਥੇਮ ਹੈ ਇੰਗਲੈਂਡ ਦਾ। ਪਰ ਸਾਗਰ ਦੇ ਜਦ ਲੀਨ ਹੋ ਜਾਂਦੇ ਨੇ, ਲੱਭੋ ਥੇਮ ਨੂੰ ਕਿੱਥੇ? ਸਾਗਰ ਦੇ ਚ ਲੱਭੋ ਗੰਗਾ ਨੂੰ। ਸਾਗਰ ਦੇ ਚ ਸਾਗਰ ਹੈ, ਗੰਗਾ ਨਹੀਂ ਹੈ। ਸਾਗਰ ਦੇ ਸਾਗਰ ਹੈ, ਜਮਨਾ ਨਹੀਂ ਹੈ। ਸਾਗਰ ਦੇ ਸਾਗਰ ਹੈ, ਸਤਲੁਜ ਨਹੀਂ ਹੈ। ਸਾਗਰ ਦੇ ਸਾਗਰ ਹੈ, ਦਜਲਾ ਤੇ ਫਰਾਤ ਨਹੀਂ ਹੈ, ਨੀਲ ਨਦੀ ਨਹੀਂ ਹੈ। ਐਸਾ ਮਨੁੱਖ ਜਦ ਪਰਮਾਤਮਾ ਚ ਲੀਨ ਹੋ ਜਾਂਦਾ, ਜ਼ਾਤ ਮਜ਼ਹਬ ਸਭ ਚਲੀ ਜਾਂਦੀ ਹੈ। ਐਸੇ ਮਨੁੱਖ ਦਾ ਕੋਈ ਮਜ਼ਹਬ ਨਹੀਂ ਹੁੰਦਾ। ਨਮਸਤੰ ਅਮਜਵੇ ਨਮਸਤਸਤ ਅਜਵੇ, ਨਮਸਕਾਰ ਹੈ ਪ੍ਰਭੂ ਤੇਰਾ, ਕੋਈ ਮਜ਼ਹਬ ਨਹੀਂ। ਜਦ ਕੋਈ ਉਸ ਦੇ ਚ ਲੀਨ ਹੋ ਜਾਂਦਾ, ਉਸਦਾ ਕੋਈ ਮਜ਼ਹਬ ਨਹੀਂ, ਉਹਦੀ ਕੋਈ ਜ਼ਾਤ ਪਾਤ ਨਹੀਂ। ਜ਼ਾਤ ਪਾਤ ਹੈ, ਸਾਗਰ ਦੇ ਨੇੜੇ ਗਿਆ ਹੋਵੇਗਾ, ਅਜੇ ਲੀਨ ਨਹੀਂ ਹੈ। ਅਜੇ ਮਜ਼ਹਬ ਦਾ ਮਾਣ ਹੈ, ਸਾਗਰ ਦੇ ਨੇੜੇ ਹੋਵੇਗਾ, ਅਜੇ ਸਾਗਰ ਦੇ ਚ ਲੀਨ ਨਹੀਂ ਹੋਇਆ। ਨਮਸਤੰ ਅਮਜਵੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ। ਨਮਸਤਸਤ ਅਜਵੇ। ਇਹਦੇ ਉੱਤੇ ਇੱਕ ਛੋਟੀ ਜਿਹੀ ਗਾਥਾ 1 ਮਿੰਟ ਦੀ ਮੈਂ ਕਹਿ ਕੇ ਛੇਤੀ ਸਮਾਪਤ ਕਰਦੇ ਹਾਂ। ਇਸ ਤਰ੍ਹਾਂ ਦੀ ਘਟਨਾ ਜਿਨ੍ਹਾਂ ਦੇ ਉੱਤੇ ਘਟੀ ਹੈ, ਉਹੀ ਪੁਰਸ਼ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚ ਬੈਠੇ ਨੇ, ਜੋ ਪ੍ਰਮਾਤਮਾ ਦਾ ਰੂਪ ਹੋ ਗਏ। ਕਬੀਰ ਕਹਿੰਦੇ ਨੇ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੇ। ਹੁਣ ਤੁਸੀਂ ਪਹਿਚਾਣ ਨਹੀਂ ਕਰ ਸਕਦੇ ਕਬੀਰ ਕੌਣ ਹੈ ਤੇ ਰਾਮ ਕੌਣ ਹੈ। ਇੱਕ ਮਿਕ ਹੋ ਗਏ। ਬੂੰਦ ਕਿਹੜੀ ਹੈ ਤੇ ਸਾਗਰ ਕਿਹੜਾ? ਹੁਣ ਤੇ ਸਾਗਰ ਹੀ ਸਾਗਰ ਹੈ, ਬੂੰਦ ਖੋ ਗਈ। ਸਾਚ ਭਇਓ ਅਨ ਕਤੇ ਨਾ ਜਾਈ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਐਸੇ ਮਨੁੱਖ ਦੀ ਜ਼ਬਾਨ ਵਾਹਿਗੁਰੂ ਵਾਹਿਗੁਰੂ ਫਿਰ ਨਹੀਂ ਜਪਦੀ, ਚੁੱਪ ਕਰ ਜਾਂਦਾ ਹੈ। ਫਿਰ ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾਉ। ਉਹਦੇ ਪ੍ਰਾਣਾਂ 'ਚ ਚੱਲਦਾ, ਉਹਦੇ ਰੋਮ ਰੋਮ ਦੇ ਚੱਲਦਾ। ਜਿਵੇਂ ਖਾਧਾ ਹੋਇਆ ਭੋਜਨ ਪਚ ਗਿਆ ਤੇ ਖੂਨ ਬਣ ਕੇ ਹੁਣ ਤੇ ਨਸਾਂ 'ਚ ਚਲੇਗਾ, ਸਾਰੇ ਸਰੀਰ ਦੇ 'ਚ ਗਰਦਿਸ਼ ਕਰੇਗਾ। ਹੁਣ ਸਿਰਫ ਮੂੰਹ ਦੇ 'ਚ ਥੋੜ੍ਹੀ ਹੈ, ਹੁਣ ਤੇ ਰੋਮ ਰੋਮ ਦੇ 'ਚ, ਹੁਣ ਤੇ ਜ਼ਰਰੇ ਜ਼ਰਰੇ 'ਚ। ਹੁਣ ਤੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਨੇ ਇਸ ਤਰ੍ਹਾਂ ਦੀ ਘਟਨਾ ਇਸਲਾਮੀ ਜਗਤ ਵਿੱਚ ਜਦ ਪਹਿਲੀ ਦਫਾ ਮਨਸੂਰ ਤੇ ਘਟੀ, ਕਹਾਰਾ ਦੀ ਗੱਲ ਹੈ, ਉਹਦੀ ਜ਼ਬਾਨ ਚੋਂ ਨਿਕਲ ਗਿਆ ਅਨਲ ਹੱਕ। ਹੱਕ ਕਹਿੰਦੇ ਨੇ ਸੱਚ ਨੂੰ। ਮੈਂ ਸੱਚ ਹੋ ਗਿਆ, ਮੈਂ ਖੁਦਾ ਹੋ ਗਿਆ। ਕਿਧਰੇ ਭਾਰਤ ਵਿੱਚ ਪੈਦਾ ਹੁੰਦਾ ਤੇ ਬੜਾ ਸਨਮਾਨ ਹੋਣਾ ਸੀ। ਉਹਦੀ ਜ਼ਬਾਨ ਚੋਂ ਨਿਕਲਿਆ ਅਨਲ ਹੱਕ। ਉਹਦੇ ਮੁਰਸ਼ਦ ਨੇ ਕਿਹਾ ਤੇ ਕੁਫਰ ਹੈ ਜੋ ਤੂੰ ਕਿਹਾ, ਪਰ ਮੈਂ ਤੇਰੀ ਅਵਸਥਾ ਸਮਝਦਾ, ਇਹ ਅਵਸਥਾ ਬਣਦੀ ਹੈ। ਪਰ ਅੱਜ ਤੋਂ ਬਾਅਦ ਫਿਰ ਨਾ ਕਹੀਂ। ਕਿਸੇ ਨੇ ਸੁਣ ਲਿਆ ਤਾਂ ਕੁਫਰ ਦੀ ਸਜ਼ਾ ਸਜ਼ਾਏ ਮੌਤ ਹੈ ਇਸਲਾਮੀ ਸ਼ਰਅ ਵਿੱਚ, ਤਾਂ ਫਿਰ ਮੌਤ ਦੀ ਸਜ਼ਾ ਭੋਗੇਗਾ। ਡਾਂਟਦੇ ਹੋਇਆ ਉਹਦੇ ਮੁਰਸ਼ਦ ਨੇ ਕਿਹਾ ਫਿਰ ਇਹ ਨਹੀਂ ਕਹਿਣਾ। ਮਨਸੂਰ ਕਹਿੰਦਾ ਅੱਛਾ ਮੇਰੇ ਮੁਰਸ਼ਦ, ਨਹੀਂ ਕਵਾਂਗਾ, ਨਹੀਂ ਕਵਾਂਗਾ। ਪਰ ਮੁਰਸ਼ਦ ਨੂੰ ਪਤਾ ਸੀ, ਉਹਦਾ ਨਾਂ ਜ਼ੁਨੈਦ ਸੀ। ਜ਼ੁਨੈਦ ਨੂੰ ਪਤਾ ਸੀ ਇਹ ਮਸਤਾਨਾ ਫਕੀਰੇ ਦਾ ਕੋਈ ਪਤਾ ਨਹੀਂ। ਕਹਿਣ ਲੱਗੇ ਮਨਸੂਰ ਮੈਂ ਤੇਰੇ ਤੇ ਦਵਾਰ ਨਹੀਂ ਕਰਦਾ, ਤੂੰ ਖੁਦਾ ਦੀ ਕਸਮ ਚੁੱਕ, ਨਹੀਂ ਖਾਏਗਾ। ਹੁਣ ਜਦ ਮੁਰਸ਼ਦ ਆਖੇ ਤੇ ਵਿਚਾਰਾ ਕੀ ਕਰੇ? ਖੁਦਾ ਦੀ ਕਸਮ ਚੁੱਕ। ਮਨਸੂਰ ਕਹਿੰਦਾ ਕਸਮੇ ਖੁਦਾ, ਨਹੀਂ ਕਵਾਂਗਾ, ਨਹੀਂ ਕਵਾਂਗਾ। ਕੁਝ ਦਿਨ ਲੰਘ ਗਏ। ਮਿਸਰ ਦੇ ਨਵਾਬ ਨੇ, ਉਸ ਵਕਤ ਦੇ ਮੀਰ ਨੇ, ਨਵਾਬ ਨੂੰ ਮੀਰ ਕਹਿੰਦੇ ਨੇ, ਬਾਦਸ਼ਾਹ ਨੂੰ ਮੀਰ ਕਹਿੰਦੇ ਸਨ। ਮੀਰ ਨੇ ਕਾਰਾ ਦੇ ਸਾਰੇ ਫਕੀਰਾਂ ਨੂੰ ਬੁਲਾਇਆ ਆਪਣੇ ਘਰ ਦੇ 'ਚ, ਸਾਰਿਆਂ ਨੂੰ ਦਾਵਤ ਦਿੱਤੀ। ਉਹਨਾਂ ਫਕੀਰਾਂ ਨੂੰ ਜਿਨ੍ਹਾਂ ਦਾ ਕਾਰਾ ਦੇ 'ਚ ਬਕਾਇਦਾ ਨਾਂ ਸੀ, ਗੱਲ ਸੀ,
ਉਹਨਾਂ ਦੇ ਜ਼ੁਨੈਦ ਵੀ ਸੀ ਔਰ ਸੱਦੇ ਪੱਤਰ ਦੇ ਵਿੱਚ ਦਾਵਤਨਾਮੇ ਦੇ ਵਿੱਚ ਇਹ ਸੀ ਆਪਣੇ ਨਾਲ ਇੱਕ ਦੋ ਚੇਲੇ ਜ਼ਰੂਰ ਲਿਆਣਾ। ਤਾਂ ਮੁਖਤਸਰ ਮੈਂ ਅਰਜ਼ ਕਰਦਾ ਪਿਆ, ਸਮਾਪਤੀ ਕਰਾਂ। ਜ਼ੁਨੈਦ ਤਿਆਰ ਹੋਇਆ, ਅੱਜ ਬਾਦਸ਼ਾਹ ਦੇ ਘਰ ਜਾਣ ਵਾਸਤੇ ਦਾਵਤ ਹੈ, ਸ਼ਾਮ ਦਾ ਸਮਾਂ। ਚੱਲਣ ਲੱਗਾ ਤੇ ਕਹਿਣ ਲੱਗਾ, ਬੇਟਾ ਮਨਸੂਰ ਤੂੰ ਵੀ ਚੱਲ ਮੇਰੇ ਨਾਲ, ਅਜੇ ਤੂੰ ਵੀ ਰੋਟੀ ਖਾਧੀ ਤੇ ਕੋਈ ਨਹੀਂ, ਚੱਲ ਮੇਰੇ ਨਾਲ, ਅੱਜ ਬਾਦਸ਼ਾਹ ਦੇ ਘਰ ਦਾਵਤ ਹੈ ਫਕੀਰਾਂ ਦੀ, ਚੱਲ ਤੂੰ। ਹੁਣ ਮੁਰਸ਼ਦ ਦਾ ਹੁਕਮ ਵਿਚਾਰਾ ਚੱਲ ਪਿਆ ਨਾਲ। 50-60 ਦੇ ਕਰੀਬ ਫਕੀਰ ਚੇਲੇ, ਪੂਰਾ ਦਸਤਰਖਾਨ ਵੱਡਾ ਸਜਿਆ ਇਸਲਾਮੀ ਢੰਗ ਨਾਲ। ਇਹਦੇ ਵਿੱਚ ਮੀਰ ਬੈਠਾ, ਚਾਰੋਂ ਪਾਸੇ ਗੋਲ ਦਾਇਰੇ 'ਚ ਇਹ ਫਕੀਰ ਬੈਠੇ ਨੇ, ਸਾਰਿਆਂ ਦੇ ਅੱਗੋਂ ਭਾਂਡੇ ਪਰੋਸੇ ਜਾ ਰਹੇ ਨੇ। ਹੁਣ ਇਤਨੇ ਸਾਰੇ ਫਕੀਰ ਹੋਣ ਤੇ ਗੱਲ ਤੇ ਰੱਬ ਦੀ ਹੋਵੇਗੀ, ਪ੍ਰਮਾਤਮਾ ਦੀ ਹੋਵੇਗੀ। ਸਾਰੇ ਅਭਿਆਸੀ ਸਨ, ਮੰਨੇ ਪਰ ਮੰਨੇ ਫਕੀਰ ਸਨ। ਇੱਕ ਗੱਲ ਕਰਦਾ ਹੈ, ਦੂਜਾ ਸੁਣਦਾ ਹੈ, ਫਿਰ ਦੂਜਾ ਕਰਦਾ ਹੈ, ਤੀਜਾ ਕਰਦਾ ਹੈ। ਜ਼ੁਨੈਦ ਬੜਾ ਰਮਜ਼ੀ ਫਕੀਰ ਸੀ, ਜਿਤਨੀ ਗੱਲ ਕਰਦਾ ਸੀ ਗਹਿਰਾਈ ਚੋਂ ਕਰਦਾ ਸੀ। ਤੋ ਕਹਿੰਦੇ ਦਿਲ ਦੀ ਜਿਤਨੀ ਗਹਿਰਾਈ ਚੋਂ ਗੱਲ ਨਿਕਲੇ ਉਤਨੀ ਗਹਿਰਾਈ ਤੱਕ ਉਹ ਪਹੁੰਚਦੀ ਹੈ। ਇਕਬਾਲ ਕਹਿੰਦਾ, ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤੇ ਪਰਵਾਜ਼ ਮਗਰ ਰੱਖਤੀ ਹੈ। ਤੇ ਦਿਲ ਤੋਂ ਕਿਹੜੀ ਗੱਲ ਨਿਕਲੇਗੀ ਜਿਹੜੀ ਦਿਲ ਦੇ ਚ ਹੋਵੇਗੀ, ਵਰਨਾ ਨਹੀਂ ਨਿਕਲੇਗੀ, ਜ਼ਬਾਨ ਚੋਂ ਹੀ ਨਿਕਲੇਗੀ। ਖੈਰ, ਇਸ ਵਿਸ਼ੇ ਨੂੰ ਮੈਂ ਲਮਕਾਵਾਂ ਨਾ। ਜ਼ੁਨੈਦ ਬੜਾ ਗਹਿਰਾਈ ਚ ਬੋਲ ਰਿਹਾ ਸੀ, ਕੋਲ ਬੈਠਾ ਸੀ ਜ਼ੁਨੈਦ ਜੋ ਹੈ ਮਨਸੂਰ, ਉੱਚੀ ਆਵਾਜ਼ ਚ ਨਿਕਲ ਗਿਆ, ਅਨਲ ਹਕ, ਅਨਲ ਹਕ। ਹਕ ਕਹਿੰਦੇ ਨੇ ਸੱਚ ਨੂੰ, ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਐ ਕਲਗੀਧਰ ਤੁਸੀਂ ਤੇ ਹੱਕ ਹੋ, ਸੱਚ ਦਾ ਰੂਪ ਹੋ। ਉਹਦੇ ਮੂੰਹ ਨਿਕਲ ਗਿਆ, ਅਨਲ ਹਕ, ਮੈਂ ਤੇ ਸੱਚ ਹੋ ਗਿਆ, ਮੈਂ ਤੇ ਸੱਚ ਦਾ ਰੂਪ ਹੋ ਗਿਆ। ਉਹ ਜਿਹੜਾ ਮਿਸਰ ਦਾ ਮੀਰ ਸੀ, ਨਵਾਬ ਬਾਦਸ਼ਾਹ, ਉਹਨੇ ਕਿਹਾ ਕੁਫਰ, ਇਹ ਕਾਫਰ ਹੈ। ਜ਼ੁਨੈਦ ਨੂੰ ਡਾਂਟਦਿਆਂ ਹੋਇਆ ਕਿਹਾ, ਤੂੰ ਕਾਫਰ ਨੂੰ ਨਾਲ ਲਿਆਂਦਾ, ਭਰੀ ਮਹਿਫਿਲ ਦੇ ਵਿੱਚ ਕੁਫਰ ਬੋਲਦਾ। ਪਕੜਿਆ ਗਿਆ। 15 ਦਿਨ ਇਸ ਤੇ ਮੁਕੱਦਮਾ ਚਲਿਆ, ਕਾਜ਼ੀਆਂ ਨੇ ਫਤਵਾ ਲਾਇਆ ਸਜ਼ਾਏ ਮੌਤ, ਪਰ ਸਜ਼ਾਏ ਮੌਤ ਸੂਲੀ ਤੇ ਚਾੜ ਕੇ ਦੇਵੋ ਔਰ ਇਸ ਤੋਂ ਪਹਿਲੇ ਇਸ ਨੂੰ ਪੱਥਰ ਵੀ ਮਾਰੋ। ਇਹ ਕੁਫਰ ਬੋਲੇ। ਇਸਲਾਮੀ ਇਤਿਹਾਸ ਦੇ ਵਿੱਚ ਮਨਸੂਰ ਦਾ ਆਪਣਾ ਨਾਮ ਹੈ, ਵਿਚਾਰੇ ਨੂੰ ਬਹੁਤ ਤੜਪਾ ਕੇ ਮਾਰੇ ਗਏ। ਮੁਖਤਸਰ ਮੈਂ ਅਰਜ਼ ਕਰਾਂ, ਸਰੇ ਆਮ ਜਦ ਸੂਲੀ ਤੇ ਚਾੜਨ ਵਾਸਤੇ ਲੈ ਕੇ ਗਏ ਨੇ, ਹਜ਼ਾਰਾਂ ਦਾ ਇਕੱਠ। ਜ਼ੁਨੈਦ ਵੀ ਪਹੁੰਚਿਆ। ਸਾਰੀਆਂ ਵਿਚਾਰਾਂ ਨੂੰ ਮੈਂ ਇੱਕ ਪਾਸੇ ਰੱਖ ਕੇ ਮੂਲ ਗੱਲ ਕਹਿ ਕੇ ਸਮਾਪਤ ਕਰਾਂ। ਜ਼ੁਨੈਦ ਕੋਲ ਗਿਆ, ਮਨਸੂਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਹੈ, ਬੇਟਾ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਇੱਕ ਪਾਗਲਪਨ ਹੈ, ਪਾਗਲਪਨ। ਗੁਨਾਹਗਾਰਾਂ ਦੀ ਭੀੜ ਦੇ, ਜਿਹੜੇ ਉੱਥੇ ਲਫ਼ਜ਼ ਇਸਲਾਮੀ ਨੇ, ਮੈਂ ਉਹਨਾਂ ਨੂੰ ਹਿੰਦੀ ਰੂਪ ਦੇ ਰਿਹਾ, ਪੰਜਾਬੀ ਰੂਪ ਦੇ। ਗੁਨਾਹਗਾਰਾਂ ਦੇ ਇਕੱਠ ਦੇ ਚ, ਭੀੜ ਦੇ ਚ ਇਤਨਾ ਸਵਾਬਸ਼ੀਲ ਹੋ ਜਾਣਾ, ਇਤਨਾ ਪੁਨੀਤ ਹੋ ਜਾਣਾ, ਇੰਜ ਲੱਗਦਾ ਪਿਆ ਜਿਵੇਂ ਇਹ ਵੀ ਇੱਕ ਪਾਪ ਹੋਵੇ। ਭੀੜ ਪਾਗਲਾਂ ਦੀ ਹੈ, ਸਿਆਣਾ ਤੋਂ ਇੱਕ। ਭੀੜ ਤੇ ਪਾਪੀਆਂ ਦੀ ਹੈ, ਪੁਨੀਤ ਤੋਂ ਇੱਕ। ਮੈਂ ਤੈਨੂੰ ਨਹੀਂ ਬਚਾ ਸਕਦਾ, ਮੈਨੂੰ ਅਫਸੋਸ ਹੈ, ਮੈਂ ਤੈਨੂੰ ਨਹੀਂ ਬਚਾ ਸਕਦਾ। ਮਨਸੂਰ ਕਹਿੰਦਾ, ਮੇਰੇ ਮੁਰਸ਼ਦ ਇਸ ਦਾ ਗਮ ਬਿਲਕੁਲ ਨਾ ਕਰੋ, ਬਚਣ ਦੀ ਅੰਦਰ ਤੇ ਉਮੰਗ ਹੀ ਨਹੀਂ ਰਹੀ। ਕਦੋਂ ਦੇ ਖਤਮ ਹੋ ਚੁੱਕੇ ਅਸੀਂ ਤੇ ਕਦੋਂ ਦੇ ਖਤਮ ਹੋ ਗਏ। ਹੁਣ ਇਸ ਰਮਜ਼ੀ ਗੱਲ ਨੂੰ ਵੀ ਜ਼ੁਨੈਦ ਸਮਝ ਗਏ, ਲੇਕਿਨ ਜ਼ੁਨੈਦ ਨੇ ਫਿਰ ਦੋ ਲਫ਼ਜ਼ ਦੁਹਰਾਏ, ਤੂੰ ਖੁਦਾ ਦੀ ਕਸਮ ਚੁੱਕੀ ਸੀ, ਇਹ ਕਿਉਂ ਤੋੜੀ? ਬਸ ਮੈਂ ਇਹ ਵੀ ਇੱਕ ਆਖਰੀ ਗਿਲਾ ਤੇਰੇ ਤੇ ਕਰਨਾ। ਤੂੰ ਕਸਮੇ ਖੁਦਾ ਕਹੀ ਸੀ, ਮੇਰੇ ਸਾਹਮਣੇ ਉੱਚੀ ਆਵਾਜ਼ ਨਾਲ ਆਖਿਆ, ਕਸਮੇ ਖੁਦਾ ਅਨਲ ਹੱਕ ਨਹੀਂ ਕਵਾਂਗਾ। ਇਤਨਾ ਵੱਡਾ ਜੁਰਮ ਤੂੰ ਕਿਉਂ ਕੀਤਾ? ਖੁਦਾ ਦੀ ਕਸਮ, ਔਰ ਫਿਰ ਤੇਰੇ ਜੈਸਾ ਫਕੀਰ ਤੋੜ ਦੇਵੇ। ਪਤਾ ਹੈ ਮਨਸੂਰ ਨੇ ਕੀ ਆਖਿਆ, ਮੇਰੇ ਮੁਰਸ਼ਦ ਮੈਂ ਕੌਣ ਹਾਂ?
खुदा दी कसम तोड़न वाला मेरे मुर्शद जद खुदा ही आखन लग पवे अनल हक तो फिर मंसूर विचारा की करे। कहने जुनैद उसके कदमां ते गिरिया। इस्लामी जगत विच पहली दफा होया है कि मुर्शद अपने चेले के कदमां ते गिरिया है। तू ठीक कहना है, तू मिट गया है, ये तू नहीं बोलिया, खुदा ही बोले। चला गया। लोगों ने मीर दे हुक्म नाल इहनूं सूली ते चाड़िया। इस्लामी जगत दे ते अज तक एक काफर मनिया जाता है, लेकिन चोटी दा फकीर, रमजी फकीर, इतना आख्या मैं सच हो गया, हुण मैं बूंद नहीं रहा, मैं सागर हो गया। किधरे भारत आउंदा ते इहदा सन्मान होना सी। कबीर कह रहे ने अब तो जाए चढ़े सिंहासन, मिले हैं सारंग पानी, राम कबीरा एक भय, कोई न सके पछाने। परमात्मा ते कबीर एक हो गए। हुण परमात्मा वख नहीं है ते कबीर वख नहीं है। हुण बूंद वख नहीं है ते सागर वख नहीं है। सूरज किरण मिले जल का जल हुआ राम, ज्योति ज्योत रली संपूर्ण थिया राम। ये अवस्था जितने चिर तक नहीं बनी, जम जम मरे मरे फिर जम्मे, बहुत सजाए प्या दे सलमे। ये जन्म मरण चलता रहेगा, चलता रहेगा, चलता रहेगा। सतगुर रहमत करन, अमृत वेले उठ के ये जप करिया करो और इसे ही जीवन विच ये अवस्था बने, ताकि फिर मुड़ के साडा आवना ना आवे। जैसे कबीर बेनती पे कर देन, अब की बार बख्श बंदे को, बौर ना भौ जल फेरा। मुड़ के नहीं आवना, अद की बख्शिश कर दे, अद की मेरी यात्रा पूरी हो जाए। सफल 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 भई यात्रा, आवन जान रहे मेरे सादा।